G20 सम्मेलन हो रहा है। G20 सम्मेलन होवेगा, ਉਹਦੇ ਲਈ ਦਿੱਲੀ ਬੰਦ ਕਰ ਦਿੱਤੀ ਗਈ ਹੈ। ਬੜਾ ਕੁਝ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਸੁਣਿਆ ਹੋਣਾ, ਪਰ ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਇਹ ਪਤਾ ਨਾ ਲੱਗਿਆ ਹੋਵੇ ਕਿ G20 सम्मेलन ਹੁੰਦਾ ਕੀ ਹੈ, ਇਹਦਾ ਫਾਇਦਾ ਕਿਹਨੂੰ ਹੁੰਦਾ ਹੈ, ਸਾਨੂੰ ਆਮ ਲੋਕਾਂ ਨੂੰ ਹੁੰਦਾ ਹੈ ਜਾਂ ਫਿਰ ਸਰਕਾਰਾਂ ਨੂੰ ਹੁੰਦਾ ਹੈ। ਜੇ ਫਾਇਦਾ ਹੁੰਦਾ ਵੀ ਹੈ ਤਾਂ ਕੀ ਫਾਇਦਾ ਹੁੰਦਾ ਹੈ। ਸੋ ਇਸ ਖਾਸ ਰਿਪੋਰਟ ਦੇ ਵਿੱਚ ਅੱਜ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਜਦੋਂ ਤੁਸੀਂ ਇਹਨਾਂ 2 ਦਿਨਾਂ ਤੇ ਹੋਏ ਖਰਚੇ ਦੀ ਫਿਗਰ ਸੁਣੋਗੇ ਤਾਂ ਤੁਹਾਡੀਆਂ ਅੱਖਾਂ ਟੱਡੀਆਂ ਰਹਿ ਜਾਣਗੀਆਂ। ਭਾਰਤ ਵਿੱਚ G20 सम्मेलन ਦੀ ਮੇਜ਼ਬਾਨੀ ਦੀ ਪੂਰੀ ਦੁਨੀਆ ਦੇ ਵਿੱਚ ਤਾਰੀਫ ਹੋ ਰਹੀ ਹੈ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਇਹਦੇ ਨਾਲ ਭਾਰਤ ਦਾ ਕੌਮਾਂਤਰੀ ਕੱਦ ਉੱਚਾ ਹੋਇਆ। ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡੀ ਉਪਲਬਧੀ ਇਹ ਰਹੀ ਹੈ ਕਿ ਰੂਸ ਤੇ ਯੂਕਰੇਨ ਜੰਗ ਦੇ ਵਿੱਚ ਵੰਡੇ G20 ਮੁਲਕਾਂ ਨੂੰ ਭਾਰਤ ਨੇ ਆਪਣੀ ਕੂਟਨੀਤੀ ਦੇ ਨਾਲ 100 ਤੋਂ ਵੱਧ ਮੁੱਦਿਆਂ ਤੇ ਸਹਿਮਤੀ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਪਰ ਸੰਮੇਲਨ ਦੇ ਖਤਮ ਹੋਣ ਤੋਂ ਬਾਅਦ ਇਸ ਤੇ ਖਰਚ ਕੀਤੇ ਗਏ ਪੈਸੇ ਤੇ ਆਮ ਲੋਕਾਂ ਨੂੰ ਇਸ ਦੇ ਕੀ ਫਾਇਦੇ ਹੋਏ, ਇਸ ਦੇ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ, ਖਾਲਸ ਪ੍ਰਾਈਮ ਸਟੋਰੀ ਲੈ ਕੇ। ਖਾਸ ਸਟੋਰੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ G20 ਸੰਮੇਲਨ ਤੇ ਹੋਏ ਖਰਚ ਬਾਰੇ ਦੱਸਦੇ ਹਾਂ। ਕੈਨੇਡਾ ਤੋਂ ਬਾਅਦ ਭਾਰਤ ਦੂਜਾ ਉਹ ਮੁਲਕ ਬਣ ਗਿਆ ਜਿਸ ਨੇ ਪਾਣੀ ਵਾਂਗੂ G20 ਸੰਮੇਲਨ ਤੇ ਪੈਸਾ ਵਹਾਇਆ। ਸਿਰਫ ਇੰਨਾ ਹੀ ਨਹੀਂ, ਭਾਰਤ ਵੱਲੋਂ ਕੀਤਾ ਗਿਆ ਖਰਚਾ ਪਿਛਲੇ ਸਾਲ ਇੰਡੋਨੇਸ਼ੀਆ ਦੇ ਵਿੱਚ ਹੋਏ G20 ਸੰਮੇਲਨ ਦੇ ਨਾਲੋਂ ਦੁੱਗਣਾ ਤਿੱਗਣਾ ਚੌਗਣਾ ਨਹੀਂ ਬਲਕਿ 10 ਗੁਣਾ ਵੱਧ ਖਰਚਾ ਹੋਇਆ। ਕੈਨੇਡਾ ਨੇ ਜਦੋਂ 2010 ਦੇ ਵਿੱਚ G20 ਮੁਲਕਾਂ ਦੀ ਮੇਜ਼ਬਾਨੀ ਕੀਤੀ ਸੀ ਤਾਂ 4351 ਕਰੋੜ ਰੁਪਏ ਖਰਚ ਕਰ ਦਿੱਤੇ ਸਨ। ਅੱਜ ਤੋਂ 12 ਸਾਲ ਪਹਿਲਾਂ ਦੀ ਗੱਲ ਹੈ, ਜਦਕਿ ਪਿਛਲੇ ਸਾਲ 2022 ਦੇ ਵਿੱਚ ਇੰਡੋਨੇਸ਼ੀਆ ਨੇ ਸਿਰਫ 364 ਕਰੋੜ ਰੁਪਏ ਖਰਚੇ ਸਨ। 2019 ਦੇ ਵਿੱਚ ਜਾਪਾਨ ਨੇ 2660 ਕਰੋੜ ਰੁਪਏ, ਰਸ਼ੀਆ ਨੇ 2013 ਵਿੱਚ ਸਿਰਫ 170 ਕਰੋੜ, ਆਸਟ੍ਰੇਲੀਆ ਨੇ 2014 ਵਿੱਚ 2653 ਕਰੋੜ, ਫਰਾਂਸ ਨੇ 2011 ਵਿੱਚ 712 ਕਰੋੜ, ਜਰਮਨੀ ਨੇ 2017 ਵਿੱਚ 642 ਕਰੋੜ ਖਰਚ ਕੀਤੇ ਸੀ, ਜਦਕਿ 2016 ਦੇ ਵਿੱਚ ਮੇਜ਼ਬਾਨੀ ਕਰਨ ਵਾਲੇ ਚੀਨ ਨੇ ਤਾਂ ਸਿਰਫ 1 ਕਰੋੜ 90 ਲੱਖ ਰੁਪਏ ਹੀ ਖਰਚ ਕੀਤੇ ਸਨ। ਤੇ ਭਾਰਤ ਨੇ 2023 ਦੇ ਵਿੱਚ ਇਸ ਸਾਲ ਮੇਜ਼ਬਾਨੀ ਕਰਨ ਵੇਲੇ 4100 ਕਰੋੜ ਰੁਪਏ ਖਰਚ ਕਰ ਦਿੱਤੇ ਨੇ। ਹਾਲਾਂਕਿ ਕੈਨੇਡਾ ਤੋਂ ਤਾਂ ਇਹ ਕਾਫੀ ਕਰੋੜ ਘੱਟ ਹੈ, ਪਰ ਦੂਸਰੇ ਨੰਬਰ ਤੇ ਭਾਰਤ ਆ ਗਿਆ। ਕੈਨੇਡਾ ਦੇ ਨਾਲ ਜਿਹੜਾ ਹੈਗਾ ਮੁਕਾਬਲਾ ਕਰਦਾ ਦਿਖਾਈ ਦਿੰਦਾ ਖਰਚੇ ਦੇ ਵਿੱਚ ਭਾਰਤ। ਇਹ ਜਾਣਕਾਰੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਖੁਦ ਦਿੱਤੀ ਹੈ। ਤੇ ਤੁਹਾਨੂੰ ਇਹ ਗੱਲ ਸੁਣ ਕੇ ਵੀ ਹੈਰਾਨੀ ਹੋਏਗੀ ਕਿ 2023-24 ਦਾ ਜਦੋਂ ਬਜਟ ਆਇਆ ਸੀ ਤਾਂ ਉਹਦੇ ਵਿੱਚ G20 ਦੇ ਲਈ ਸਿਰਫ 990 ਕਰੋੜ ਦਾ ਬਜਟ ਤੈਅ ਹੋਇਆ ਸੀ, ਪਰ ਇਹ ਤੋਂ 4 ਗੁਣਾ ਵੱਧ ਖਰਚਾ ਕੀਤਾ ਗਿਆ। 4100 ਕਰੋੜ ਰੁਪਏ ਖਰਚ ਕਰ ਦਿੱਤੇ। ਭਾਰਤ ਵੱਲੋਂ ਕੀਤੇ ਗਏ ਖਰਚ ਨੂੰ 12 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਮੁਤਾਬਿਕ ਕੇਂਦਰ ਸਰਕਾਰ ਨੇ ਰਾਜਧਾਨੀ ਦਿੱਲੀ ਦੇ ਵਿੱਚ 700 ਕਰੋੜ ਨਵੀਆਂ ਸੜਕਾਂ ਦੇ ਨਾਲ-ਨਾਲ ਪੁਰਾਣੀਆਂ ਸੜਕਾਂ ਦੇ ਰਿਪੇਅਰ ਅਤੇ ਸੁੰਦਰੀਕਰਨ ਤੇ ਖਰਚ ਕੀਤੇ। ਪੂਰਾ ਫੰਡ MCD ਅਤੇ PWD ਦੇ ਜ਼ਰੀਏ ਖਰਚ ਕੀਤਾ ਗਿਆ। ਫਿਰ 4100 ਕਰੋੜ ਦੇ ਵਿੱਚੋਂ 60 ਕਰੋੜ ਰੁਪਏ NDMC ਯਾਨੀ ਕਿ ਨਿਊ ਦਿੱਲੀ ਨਗਰ ਨਿਗਮ ਨੂੰ ਦਿੱਤੇ ਗਏ, 18 ਕਰੋੜ DDA ਤੇ 45 ਕਰੋੜ PWD ਨੂੰ ਵੱਖਰੇ ਦਿੱਤੇ ਗਏ। ਇਸ ਤੋਂ ਇਲਾਵਾ G20 ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਮਹਿਮਾਨਾਂ ਦੀ ਸੁਰੱਖਿਆ ਨੂੰ ਲੈ ਕੇ ਦਿੱਲੀ ਪੁਲਿਸ ਨੂੰ 340 ਕਰੋੜ ਰੁਪਏ ਦਿੱਤੇ ਗਏ। G20 ਸੰਮੇਲਨ ਦਾ ਪ੍ਰਬੰਧ ਕਰਨ ਦੇ ਲਈ ਇੰਡੀਅਨ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਨੂੰ 3600 ਕਰੋੜ ਰੁਪਏ ਦਿੱਤੇ ਗਏ। ਕਈ ਕਰੋੜ ਰੁਪਏ ਸੂਬਿਆਂ ਦੇ ਵਿੱਚ ਵੀ ਵੰਡੇ ਗਏ, ਜਿਨ੍ਹਾਂ ਦੇ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਸੰਮੇਲਨ ਕਰਵਾਏ ਗਏ ਸਨ। ਹੁਣ ਸਵਾਲ ਉੱਠਦਾ ਹੈ ਕਿ ਚੀਨ ਵਰਗੇ ਮੁਲਕ ਨੇ 2016 ਦੇ ਵਿੱਚ G20 ਦੀ ਮੇਜ਼ਬਾਨੀ ਕਰਨ ਵੇਲੇ ਸਿਰਫ 1 ਕਰੋੜ 90 ਲੱਖ ਰੁਪਏ ਖਰਚ ਕੀਤੇ ਸਨ, ਜਦਕਿ ਭਾਰਤ ਨੇ 4100 ਕਰੋੜ ਰੁਪਏ ਕਾਹਦੇ ਤੇ ਖਰਚ ਕਰ ਦਿੱਤੇ। ਆਖਿਰ ਇਹਦੇ ਪਿੱਛੇ ਕਾਰਨ ਕੀ ਸੀ? ਸਭ ਤੋਂ ਪਹਿਲਾ ਕਾਰਨ ਦੋਵਾਂ ਮੁਲਕਾਂ ਦੇ ਵਿਚਾਲੇ ਖਰਚ ਦਾ ਜਿਹੜਾ ਇੰਨਾ ਪਾੜਾ ਸੀ, ਉਸ ਨੂੰ ਲੈ ਕੇ ਇਹ ਸੀ ਕਿ G20 ਤੋਂ ਚੀਨ ਨੂੰ ਕੋਈ ਜ਼ਿਆਦਾ ਉਮੀਦਾਂ ਨਹੀਂ ਸਨ। ਰਸ਼ੀਆ ਨੂੰ ਛੱਡ ਕੇ ਭਾਰਤ ਸਮੇਤ ਜ਼ਿਆਦਾਤਰ ਪੱਛਮੀ ਮੁਲਕ ਹਨ ਜਿਨ੍ਹਾਂ ਦੇ ਨਾਲ ਚੀਨ ਦਾ ਟਕਰਾਅ ਹੀ ਰਹਿੰਦਾ। ਭਾਰਤ ਲਈ G20 ਉਮੀਦਾਂ ਦਾ ਸਮੁੰਦਰ ਸੀ, ਜਿਸ ਤੋਂ ਬਹੁਤ ਕੁਝ ਭਾਰਤ ਹਾਸਲ ਕਰ ਸਕਦਾ ਸੀ ਤੇ ਹਾਸਲ ਕੀਤਾ ਵੀ। ਹਾਲਾਂਕਿ ਇਸ ਨੂੰ ਲੈ ਕੇ ਵੀ ਦੋ ਪੱਖ ਨੇ। ਇੱਕ ਪੱਖ ਕਹਿੰਦਾ ਕਿ ਆਮ ਜਨਤਾ ਨੂੰ ਕੁਝ ਨਹੀਂ ਮਿਲਿਆ, ਜਦਕਿ ਦੂਸਰਾ ਪੱਖ ਕਹਿੰਦਾ ਕਿ ਗਲੋਬਲ ਦੁਨੀਆ ਦੇ ਵਿੱਚ ਭਾਰਤ ਦਾ ਕੱਦ ਉੱਚਾ ਹੋਇਆ, ਇਸ ਦਾ ਅਸਰ ਆਉਣ ਵਾਲੇ ਸਾਲਾਂ ਦੇ ਵਿੱਚ ਆਮ ਜਨਤਾ ਤੇ ਪੈਣਾ ਵੀ ਸ਼ੁਰੂ ਹੋਏਗਾ। ਪਰ ਇੱਕਦਮ ਭਾਰਤ ਦੇ ਵਿੱਚ ਇਸ ਦਾ ਅਸਰ ਪਏਗਾ, ਕੋਈ ਕ੍ਰਾਂਤੀ ਆਏਗੀ, ਇਹ ਕਹਿਣਾ ਗਲਤ ਹੋਏਗਾ। ਪਰ ਅਸੀਂ G20 ਦੇ 4 ਨਤੀਜਿਆਂ ਦੇ ਨਾਲ ਇਸ ਦੀ ਸਫਲਤਾ ਦਾ ਅੰਦਾਜ਼ਾ ਜ਼ਰੂਰ ਲਾ ਸਕਦੇ ਹਾਂ। ਸਭ ਤੋਂ ਪਹਿਲਾਂ
ਪੱਛਮੀ ਮੁਲਕਾਂ ਨੇ ਦੱਖਣੀ ਦੁਨੀਆ ਦੀ ਤਾਕਤ ਨੂੰ ਮੰਨਿਆ। G20 ਦੇ ਸ਼ੁਰੂਆਤੀ ਦੌਰ ਵਿੱਚ ਸਿਰਫ ਪੱਛਮੀ ਮੁਲਕਾਂ ਦੀ ਚੱਲਦੀ ਸੀ। ਉਹਨਾਂ ਵੱਲੋਂ ਹੀ ਏਜੰਡਾ ਤਿਆਰ ਹੁੰਦਾ ਸੀ, ਉਸ ਤੇ ਗੱਲਬਾਤ ਹੁੰਦੀ ਸੀ, ਫੈਸਲਾ ਵੀ ਉਹਨਾਂ ਦੇ ਮੁਤਾਬਿਕ ਹੀ ਹੁੰਦਾ ਸੀ। ਪਰ ਮਾਹਿਰ ਕਹਿੰਦੇ ਨੇ ਕਿ ਪਹਿਲੀ ਵਾਰੀ ਦੱਖਣੀ ਮੁਲਕਾਂ ਦਾ ਰੁਤਬਾ ਵਧਿਆ ਹੈ। ਪੂਰੀ ਦੁਨੀਆ ਨੇ G20 ਸੰਮੇਲਨ ਦੇ ਵਿੱਚ ਇਸ ਨੂੰ ਮੰਨਿਆ ਹੈ। ਦੱਖਣੀ ਦੇਸ਼ਾਂ ਵਿੱਚ ਭਾਰਤ ਸਭ ਤੋਂ ਵੱਧ ਤਾਕਤਵਰ ਮੁਲਕ ਹੈ, ਯਾਨੀ ਕਿ ਸੰਮੇਲਨ ਦੇ ਵਿੱਚ ਇਹ ਵੀ ਸਾਬਿਤ ਹੋ ਗਿਆ ਕਿ ਗਲੋਬਲ ਦੱਖਣੀ ਦੇਸ਼ਾਂ ਵਿੱਚ ਭਾਰਤ ਲੀਡਰ ਹੈ। ਜੇ ਦੱਖਣੀ ਦੇਸ਼ਾਂ ਨੂੰ ਕੋਈ ਵੀ ਪਰੇਸ਼ਾਨੀ ਆਏਗੀ ਤਾਂ ਉਹ ਭਾਰਤ ਵੱਲ ਦੇਖਣਗੇ ਤੇ ਭਾਰਤ G20 ਦੇ ਵਿੱਚ ਇਸ ਨੂੰ ਮਜ਼ਬੂਤੀ ਨਾਲ ਰੱਖੇਗਾ। ਦੂਸਰਾ, ਵਿਚੋਲੀਏ ਦੀ ਹੈਸੀਅਤ ਮਿਲੀ। ਜਦੋਂ ਤੋਂ ਰੂਸ ਤੇ ਯੂਕਰੇਨ ਦੀ ਜੰਗ ਹੋਈ, ਭਾਰਤ ਨੇ ਕਿਸੇ ਇੱਕ ਦਾ ਪੱਖ ਵੀ ਨਹੀਂ ਲਿਆ, ਸਿਰਫ ਵਿਚੋਲੀਏ ਦੀ ਹੈਸੀਅਤ ਬਣਾਈ ਰੱਖੀ। ਇਸ ਤੇ ਵੀ ਕਈ ਗੰਭੀਰ ਸਵਾਲ ਉੱਠੇ। ਕਿਸੇ ਵੀ ਵੱਡੇ ਮੰਚ ਤੇ ਅਜਿਹਾ ਮੌਕਾ ਨਹੀਂ ਆਇਆ ਜਦੋਂ ਭਾਰਤ ਆਪਣੇ ਰੁਖ ਨੂੰ ਸਾਬਿਤ ਕਰ ਸਕੇ। ਪਰ G20 ਦੇ ਵਿੱਚ ਜਿੱਥੇ ਇੱਕ ਪਾਸੇ ਅਮਰੀਕਾ ਤੇ ਯੂਰਪੀਅਨ ਮੁਲਕ ਸਨ ਤਾਂ ਦੂਸਰੇ ਪਾਸੇ ਚਾਈਨਾ ਤੇ ਰੂਸ। ਉੱਥੇ ਭਾਰਤ ਨੇ ਨਾ ਸਿਰਫ ਸੰਤੁਲਨ ਬਿਠਾਇਆ ਬਲਕਿ ਸੰਮੇਲਨ ਦੀ ਸਮਾਪਤੀ ਵੇਲੇ ਦੋਵੇਂ ਧੁਰ ਵਿਰੋਧੀ ਗੁੱਟਾਂ ਨੇ ਭਾਰਤ ਦੀ ਤਾਰੀਫ ਵੀ ਕੀਤੀ। ਤੇ ਜਦੋਂ ਸਾਂਝੇ ਸਮਝੌਤੇ ਦਾ ਸਮਾਂ ਆਇਆ ਤਾਂ ਅਮਰੀਕਾ ਤੇ ਯੂਰਪੀਅਨ ਦੇਸ਼ ਯੂਕਰੇਨ ਦਾ ਮੁੱਦਾ ਚੁੱਕਣਾ ਚਾਹੁੰਦੇ ਸੀ, ਪਰ ਰੂਸ ਤੇ ਚਾਈਨਾ ਇਸ ਲਈ ਤਿਆਰ ਨਹੀਂ ਸਨ। ਰੂਸ ਨਾਲ ਭਾਰਤ ਦੇ ਚੰਗੇ ਰਿਸ਼ਤੇ ਹਨ, ਇਸ ਦੇ ਬਾਵਜੂਦ ਚੀਨ ਰੂਸ ਦੀ ਹਮਾਇਤ ਕਰਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵਿੱਚ ਦਾ ਰਸਤਾ ਫੜਿਆ, ਵਿਚਾਲੇ ਦਾ ਰਸਤਾ ਲਿਆ। ਉਹਨਾਂ ਨੇ G20 ਦੇ ਸਾਬਕਾ ਮੇਜ਼ਬਾਨ ਇੰਡੋਨੇਸ਼ੀਆ ਤੇ ਅਗਲੇ ਸਾਲ ਮੇਜ਼ਬਾਨ ਕਰਨ ਵਾਲੇ ਮੁਲਕ ਬ੍ਰਾਜ਼ੀਲ ਦੀ ਮਦਦ ਕੀਤੀ। ਦੋਵਾਂ ਨੂੰ ਕੰਮ ਤੇ ਲਾ ਦਿੱਤਾ। ਇੰਡੋਨੇਸ਼ੀਆ ਨੇ ਅਮਰੀਕਾ ਤੇ ਯੂਰਪੀਅਨ ਮੁਲਕਾਂ ਨੂੰ ਰਾਜ਼ੀ ਕੀਤਾ ਤਾਂ ਬ੍ਰਾਜ਼ੀਲ ਨੇ ਰੂਸ ਤੇ ਚੀਨ ਨੂੰ। ਭਾਰਤ ਨੇ ਕਿਹਾ ਕਿ G20 ਦਾ ਮੰਚ ਸਹਿਯੋਗ ਨਾਲ ਅੱਗੇ ਕਿਵੇਂ ਵਧਿਆ ਜਾਵੇ ਉਹਦੇ ਲਈ ਹੈ, ਨਾ ਕਿ ਜੰਗ ਦੇ ਨਤੀਜਿਆਂ ਤੇ ਵਿਚਾਰ ਕਰਨ ਦਾ ਪਲੇਟਫਾਰਮ, ਜਿਸ ਤੇ ਸਾਰੇ ਮੁਲਕ ਰਾਜ਼ੀ ਹੋ ਗਏ ਤੇ ਕਾਮਨ ਡਿਕਲੇਰੇਸ਼ਨ ਤੇ ਸਭ ਨੇ ਹਸਤਾਖਰ ਕਰ ਦਿੱਤੇ। ਜੇਕਰ ਇਹ ਸਿਰੇ ਨਾ ਚੜਦਾ ਤਾਂ ਭਾਰਤ ਦਾ G20 ਸੰਮੇਲਨ ਜ਼ੀਰੋ ਹੋ ਜਾਣਾ ਸੀ। ਇਹ ਇੱਕ ਵੱਡੀ ਕਾਮਯਾਬੀ ਮੰਨੀ ਗਈ ਹੈ। ਤੀਸਰਾ ਨਤੀਜਾ ਇਹ ਹੈ ਕਿ G20 ਸੰਮੇਲਨ ਤੋਂ ਬਾਅਦ ਭਾਰਤ ਦਾ ਕੱਦ ਦੁਨੀਆ ਦੇ ਵਿੱਚ ਵਧਿਆ ਹੈ। ਭਾਰਤ ਦੀ ਪੁੱਛਗਿੱਛ ਵਧੀ ਹੈ। ਭਾਰਤ ਅਜਿਹਾ ਮੁਲਕ ਹੈ ਜੋ G20 ਦਾ ਮੈਂਬਰ ਹੋਣ ਦੇ ਨਾਲ-ਨਾਲ ਬ੍ਰਿਕਸ ਦਾ ਵੀ ਹਿੱਸਾ ਹੈ। ਇਸ ਤੋਂ ਇਲਾਵਾ ਭਾਰਤ ਹੋਰ ਕੋਈ ਮੰਚਾਂ ਦਾ ਮੈਂਬਰ ਹੈ। ਦਿਲਚਸਪ ਗੱਲ ਇਹ ਹੈ ਕਿ ਇਹਦੇ ਵਿੱਚ ਅਜਿਹੇ ਕਈ ਦੇਸ਼ ਨੇ ਜੋ ਇੱਕ ਦੂਸਰੇ ਦੇ ਵਿਰੋਧੀ ਨੇ। ਇਹਨਾਂ ਸਾਰੇ ਗਰੁੱਪਾਂ ਦੇ ਵਿੱਚ ਭਾਰਤ ਹੀ ਅਜਿਹਾ ਮੁਲਕ ਹੈ ਜਿਹਦੇ ਦੋਸਤ ਜ਼ਿਆਦਾ ਨੇ, ਦੁਸ਼ਮਣ ਘੱਟ ਨੇ। ਅਜਿਹੇ ਵਿੱਚ ਭਾਰਤ ਦੀ ਜਿਹੜੀ ਤੋਲ-ਮੋਲ ਦੀ ਤਾਕਤ ਹੈ ਉਹ ਵੱਧ ਗਈ ਹੈ, ਯਾਨੀ ਕਿ ਸਾਰਿਆਂ ਦੇ ਨਾਲ ਗੱਲਬਾਤ ਰੱਖਣ ਦੀ ਤਾਕਤ ਵੱਧ ਹੈ। ਵੱਡੀ ਗਲੋਬਲ ਡੀਲ ਦੇ ਵਿੱਚ ਭਾਰਤ ਹੁਣ ਆਪਣੀਆਂ ਸ਼ਰਤਾਂ ਸੌਖੇ ਤਰੀਕੇ ਨਾਲ ਮਨਵਾ ਸਕਦਾ ਹੈ। ਜਿਵੇਂ ਰੂਸ ਅਤੇ ਯੂਕਰੇਨ ਜੰਗ ਦੌਰਾਨ ਭਾਰਤ ਨੇ ਰੂਸ ਤੋਂ ਸਸਤਾ ਤੇਲ ਖਰੀਦਿਆ, ਜਦਕਿ ਅਮਰੀਕਾ ਸਮੇਤ ਯੂਰਪੀਅਨ ਮੁਲਕਾਂ ਨੇ ਬੈਨ ਲਾ ਦਿੱਤਾ ਸੀ। ਚੌਥਾ ਤੇ ਆਖਰੀ ਜਿਹੜਾ ਇਸ ਦਾ ਚੰਗਾ ਨਤੀਜਾ ਨਿਕਲਿਆ ਉਹ ਇਹ ਹੈ ਚੀਨ ਤੇ ਸਾਊਦੀ ਦਾ ਬਦਲ ਬਣਿਆ। G20 ਦੇ ਜ਼ਰੀਏ ਭਾਰਤ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ। ਚੀਨ ਆਪਣੇ ਆਪ ਨੂੰ ਬੁਨਿਆਦੀ ਢਾਂਚੇ ਦੇ ਰੂਪ ਚ ਗਲੋਬਲ ਲੀਡਰ ਮੰਨਦਾ ਹੈ, ਇਸ ਲਈ ਉਹ ਆਪਣੀ ਵਿਸਤਾਰਵਾਦੀ ਯਾਨੀ ਕਿ ਦੂਸਰੇ ਦੇਸ਼ਾਂ ਤੇ ਕਬਜ਼ਾ ਕਰਨ ਦੀ ਰਣਨੀਤੀ ਵਰਤਦਾ ਰਹਿੰਦਾ ਹੈ। ਜਿਵੇਂ ਸ਼੍ਰੀਲੰਕਾ ਨੂੰ ਪੈਸੇ ਦੇ ਕੇ ਉਸ ਦੀਆਂ ਬੰਦਰਗਾਹਾਂ ਤੇ ਕਬਜ਼ਾ ਕਰਨਾ, ਨੇਪਾਲ, ਭੂਟਾਨ ਤੇ ਪਾਕਿਸਤਾਨ ਵਰਗੇ ਮੁਲਕਾਂ ਨੂੰ ਪੈਸੇ ਦੇ ਕੇ ਉਹਨਾਂ ਦੀਆਂ ਸਰਹੱਦਾਂ ਦੀ ਵਰਤੋਂ ਕਰਦਾ ਰਹਿੰਦਾ ਚੀਨ। ਪਰ ਚੀਨ ਨੂੰ ਚਕਮਾ ਦੇ ਕੇ ਬ੍ਰਿਕ ਦੀ ਤਰਜ਼ ਤੇ ਭਾਰਤ ਨੇ ਪੈਰਲਲ ਭਾਰਤ ਮਿਡਲ ਈਸਟ ਯੂਰਪ ਇਕਨੋਮਿਕ ਕੋਰੀਡੋਰ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ। ਦੂਜੇ ਪਾਸੇ ਮਿਡਲ ਈਸਟ ਦੇ ਵਿੱਚ OPEC ਦੇਸ਼ਾਂ ਦਾ ਤੇਲ ਤੇ ਦਬਦਬਾ ਤੋੜਨ ਦੇ ਲਈ ਬਾਇਓਫਿਊਲ ਅਲਾਇੰਸ ਦਾ ਐਲਾਨ ਕਰਕੇ ਦੁਨੀਆ ਭਰ ਦੇ ਮੁਲਕਾਂ ਨੂੰ ਵੀ ਭਾਰਤ ਨੇ ਸੁਨੇਹਾ ਦਿੱਤਾ ਹੈ। ਸੋ ਭਾਰਤ ਦੋਵੇਂ ਮੋਰਚਿਆਂ ਦੇ ਵਿੱਚ ਆਪੋ ਆਪਣੇ ਹਿਸਾਬ ਨਾਲ ਦਿਸ਼ਾ ਦੇ ਰਿਹਾ ਹੈ। G20 ਦੀ ਸਭ ਤੋਂ ਵੱਡੀ ਸਫਲਤਾ ਇਹ ਰਹੀ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਦੀ ਆਵਾਜ਼ ਬਣ ਕੇ ਭਾਰਤ ਉੱਭਰਿਆ। ਸਾਊਥ ਅਫਰੀਕਾ, ਬ੍ਰਾਜ਼ੀਲ, ਇੰਡੋਨੇਸ਼ੀਆ ਵਰਗੇ ਦੇਸ਼ ਵਿਕਸਿਤ ਮੁਲਕਾਂ ਦੇ ਸਾਹਮਣੇ ਨਾ ਸਿਰਫ ਮਜ਼ਬੂਤ ਬਣ ਕੇ ਉੱਭਰੇ ਬਲਕਿ ਸੁਨੇਹਾ ਦੇਣ ਦੇ ਵਿੱਚ ਵੀ ਸਫਲ ਰਹੇ। ਤੇ ਹੁਣ ਕੋਈ ਵੀ ਏਜੰਡਾ ਇੱਕ ਤਰਫਾ ਤੈਅ ਨਹੀਂ ਕੀਤਾ ਜਾ ਸਕਦਾ ਜਾਂ ਫਿਰ ਜਾ ਸਕੇਗਾ। ਸੋ ਕੁੱਲ ਮਿਲਾ ਕੇ ਅਖੀਰ ਤੇ ਅਸੀਂ ਇਹੀ ਕਹਾਂਗੇ ਕਿ ਆਮ ਜਨਤਾ ਤੇ G20 ਦਾ ਸਿੱਧਾ ਅਸਰ ਕੀ ਪਏਗਾ ਇਹ ਕਹਿਣਾ ਮੁਸ਼ਕਿਲ ਹੈ। ਸਾਰਾ ਸੁਣ ਕੇ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਕਿ ਇਹ ਇੰਟਰਨੈਸ਼ਨਲ ਪੋਲਿਟਿਕਸ ਦੀਆਂ ਗੱਲਾਂ ਨੇ, ਇੰਟਰਨੈਸ਼ਨਲ ਦਬਦਬੇ ਦੀਆਂ ਗੱਲਾਂ ਨੇ। ਇਹਦੇ ਨਾਲ ਆਮ ਲੋਕਾਂ ਨੂੰ ਸਿੱਧੇ ਤੌਰ ਤੇ ਕੋਈ ਫਾਇਦਾ ਨਹੀਂ ਮਿਲਣ ਵਾਲਾ, ਪਰ ਭਾਰਤ ਦਾ ਗਲੋਬਲ ਵਪਾਰ ਦੇ ਵਿੱਚ ਰੁਤਬਾ, ਦੁਨੀਆ ਨੂੰ ਕੂਟਨੀਤਿਕ ਤਾਕਤ ਦਿਖਾਉਣ ਦਾ ਅਸਰ ਆਉਣ ਵਾਲੇ ਸਾਲਾਂ ਦੇ ਵਿੱਚ ਨਜ਼ਰ ਜ਼ਰੂਰ ਆਵੇਗਾ। ਨਿਵੇਸ਼ ਦੇ ਰੂਪ ਦੇ ਵਿੱਚ ਵੀ ਉਹ ਹੋ ਸਕਦਾ ਹੈ, ਰੁਜ਼ਗਾਰ ਦੇ ਨਜ਼ਰੀਏ ਨਾਲ ਵੀ ਹੋ ਸਕਦਾ ਹੈ, ਵਾਤਾਵਰਣ ਵਿੱਚ ਸੁਧਾਰ ਦੇ ਰੂਪ 'ਚ ਵੀ ਸਾਹਮਣੇ ਆ ਸਕਦਾ ਹੈ। ਦੁਨੀਆ ਵਿੱਚ ਭਾਰਤ ਦੀ ਫੈਸਲੇ ਲੈਣ ਦੀ ਤਾਕਤ ਅਤੇ ਫੈਸਲੇ ਕਰਨ ਦੀ ਤਾਕਤ ਨੂੰ ਵੀ G20 ਦੀ ਸਫਲਤਾ ਦੀ ਨਜ਼ਰ ਨਾਲ ਦੇਖਿਆ ਜਾ ਸਕਦਾ ਹੈ। ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਕੱਲ ਨੂੰ ਫਿਰ ਮਿਲਾਂਗੇ ਇੱਕ ਹੋਰ ਸਟੋਰੀ ਦੇ ਨਾਲ। ਧੰਨਵਾਦ।